ਅਖੀਰ ਨੂੰ ਹਮਾਖਰ ਗੁਰੇਜੰਦ ਉਹ ਭੱਜ ਗਏ ਬਜਾਏ ਮੁਸਾਫ ਜੰਗ ਦੇ ਮੈਦਾਨ ਵਿੱਚੋਂ। ਆਪਣੇ ਜਰਨੈਲ ਨੂੰ ਮਰਦਿਆਂ ਦੇਖ ਕੇ ਉਹ ਜੰਗ ਦਾ ਮੈਦਾਨ ਛੱਡ ਕੇ ਭੱਜ ਗਏ। ਐਸਾ ਬਹੁਤ ਵਾਰੀ ਹੋਇਆ ਕਰਦਾ ਸੀ। ਜਿੱਥੇ ਕਿਤੇ ਕਿਸੇ ਫੌਜ ਦਾ ਜਰਨੈਲ, ਲੀਡਰ, ਆਗੂ, ਸੈਨਾਪਤੀ ਜਾਂ ਰਾਜਾ ਮਾਰਿਆ ਜਾਂਦਾ ਸੀ, ਸਾਰੀ ਦੀ ਸਾਰੀ ਫੌਜ ਉਸੇ ਵੇਲੇ ਹਾਰ ਮੰਨ ਲੈਂਦੀ ਸੀ। ਪਾਨੀਪਤ ਦੀ ਜੰਗ 1526 ਦਾ ਉਹ ਸਮਾਂ 1.25 ਲੱਖ ਦੀ ਫੌਜ ਲੈ ਕੇ ਇਬਰਾਹਿਮ ਲੋਧੀ ਲੜਨ ਆਇਆ ਹੈ 15,000 ਵਾਲੀ ਫੌਜ ਦੇ ਮਾਲਕ ਬਾਬਰ ਦੇ ਨਾਲ। ਕੋਈ ਮੁਕਾਬਲਾ ਨਹੀਂ। 15,000 ਦੀ ਫੌਜ ਦਾ 1.25 ਲੱਖ ਦੀ ਫੌਜ ਨਾਲ ਕੋਈ ਮੁਕਾਬਲਾ ਨਹੀਂ ਹੈ ਦੂਰ ਦੂਰ ਤੱਕ। ਪਰ ਬਾਬਰ ਦੀ ਹਿੰਮਤ, ਉਸਨੇ ਜਦੋਂ ਜੰਗ ਹਾਰਨ ਲੱਗਿਆ ਸੀ, ਹਾਰਦਿਆਂ ਇਬਰਾਹਿਮ ਲੋਧੀ ਨੂੰ ਆਪਣੇ ਤੀਰ ਦਾ ਨਿਸ਼ਾਨਾ ਬਜਾਇਆ। ਇੱਧਰ ਇਬਰਾਹਿਮ ਹਾਥੀ ਤੋਂ ਥੱਲੇ ਡਿੱਗਿਆ ਹੈ। ਉਸ ਵੇਲੇ ਉਸ ਦੀ ਜੰਗ ਨੇ ਵਿੱਚੋਂ ਉਸ ਦੀ ਫੌਜ ਨੇ ਹਥਿਆਰ ਸੁੱਟ ਦਿੱਤੇ ਨੇ। ਦੁਨੀਆ ਦੇ ਇਤਿਹਾਸ ਨੂੰ ਬਦਲਣ ਵਾਲਾ ਉਹ ਜੰਗ, ਖਾਸ ਤੌਰ 'ਤੇ ਹਿੰਦੁਸਤਾਨ ਵਿੱਚ ਮੁਗਲੀਆਂ ਹਕੂਮਤ ਦੀਆਂ ਜੜ੍ਹਾਂ ਜਮਾਉਣ ਵਾਲਾ ਉਹ ਜੰਗ, ਕੇਵਲ ਇੱਕ ਬੰਦੇ ਦੇ ਮਰਨ ਨਾਲ ਤੈਅ ਹੋ ਗਿਆ ਸੀ। ਅਖੀਰ ਨੂੰ ਇਬਰਾਹਿਮ ਲੋਧੀ ਵੀ ਤੇ ਇੱਕ ਬੰਦਾ ਹੀ ਸੀ ਨਾ। ਬੇਸ਼ੱਕ ਉਹ ਸ਼ਹਿਨਸ਼ਾਹ ਸੀ, ਪਰ ਹੈ ਤੇ ਇੱਕ ਬੰਦਾ ਹੀ। ਭੋਗ ਤੇ ਉਸ ਦਾ ਵੀ ਇੱਕ ਤੀਰ ਨਾਲ ਹੀ ਪੈ ਗਿਆ ਸੀ। ਸਾਹਿਬ ਆਖਦੇ ਨੇ, ਜਿਸ ਵੇਲੇ ਅਸੀਂ ਨਾਹਰ ਜੰਗ ਨੂੰ ਮੈਦਾਨ ਦੇ ਜੰਗ ਵਿੱਚ ਆਇਆ ਦੇਖਿਆ, ਉਸ ਵੇਲੇ ਅਸੀਂ ਉਸਨੂੰ ਇੱਕ ਤੀਰ ਦਾ ਸਵਾਦ ਚਖਾਇਆ। ਇੱਕ ਤੀਰ ਨਾਲ ਜਦੋਂ ਸ਼ਹੀਦ ਹੋ ਗਿਆ, ਉਸ ਨੂੰ ਦੇਖ ਕੇ ਹਮ ਆਖਰ ਗੁਰੇਜ਼ੰਦ ਬਜਾਏ ਮੁਸ਼ਾਫ, ਉਹ ਬਾਕੀ ਲੋਕ ਉਸ ਨੂੰ ਦੇਖਦਿਆਂ ਹੀ ਭੱਜ ਗਏ ਜੰਗ ਦੇ ਮੈਦਾਨ ਵਿੱਚੋਂ। ਉਹ ਲੋਕ ਜੋ ਬਸੇ ਖਾਨ ਗਰਦੰਦ ਬੇਰੂ ਗੁਜ਼ਾਫ, ਬਹੁਤ ਸਾਰੇ, ਬਸੇ ਤੋਂ ਭਾਵ ਹੈ ਬਹੁਤ ਸਾਰੇ ਖਾਨ ਜੋ ਉਸ ਫੌਜ ਵਿੱਚ ਸਨ, ਆਪਣੇ ਆਪ ਨੂੰ ਦੱਸਿਆ ਕਰਦੇ ਸਨ ਗਰਦੰਦ ਬੇਰੂ ਗੁਜ਼ਾਫ, ਬਹੁਤ ਸਾਰੀਆਂ ਗੱਲਾਂ ਮਾਰਨ ਵਾਲੇ, ਬਹੁਤ ਸਾਰੀਆਂ ਗੱਪਾਂ ਮਾਰਨ ਵਾਲੇ। ਮੈਂ ਇਹ ਕੀਤਾ ਹੈ, ਮੈਂ ਉਹ ਕੀਤਾ ਹੈ, ਮੈਂ ਇਹ ਕਰ ਦਿੱਤਾ ਸੀ ਜੰਗ ਦੇ ਮੈਦਾਨ ਵਿੱਚ, ਮੈਂ ਉਹ ਕਰ ਦਿੱਤਾ ਸੀ। ਬਚਪਨ ਵਿੱਚ ਇੱਕ ਮੈਂ ਕਹਾਣੀ ਸੁਣੀ ਸੀ ਕਿ ਕਿਸੇ ਨੇ ਬੈਠਿਆਂ ਕੰਮ ਕੋਈ ਹੋਰ ਹੈ ਨਹੀਂ ਸੀ, 30 ਮੱਖੀਆਂ ਮਾਰ ਦਿੱਤੀਆਂ। ਹੁਣ ਮੱਖੀਆਂ ਮਾਰ ਦਿੱਤੀਆਂ ਤੇ ਉਸਨੇ ਗਿਣ ਲਈਆਂ। ਜਦੋਂ ਗਿਣੀਆਂ ਤੇ ਉਹ ਪੂਰੀਆਂ 30 ਹੋ ਗਈਆਂ। ਉਹ ਬਾਹਰ ਆ ਕੇ ਸਾਰਿਆਂ ਨੂੰ ਦੱਸਣ ਲੱਗ ਪਿਆ, ਮੈਂ ਤੇ 30 ਮਾਰ ਕੇ ਆਇਆ, 30 ਮਾਰ ਕੇ ਆਇਆ। ਸਾਰੇ ਪਿੰਡ ਵਿੱਚ ਨਾਂ ਪੈ ਗਿਆ ਵੀ 30 ਮਾਰ ਖਾਂ ਹੈ। ਤੇ ਉਹ 30 ਮਾਰ ਖਾਂ ਸਾਰਿਆਂ ਨੇ ਸੁਣਿਆ ਸੀ, ਬੜਾ ਬਹਾਦਰ ਹੈ, ਇਕੱਲੇ ਨੇ 30 ਮਾਰ ਦਿੱਤੇ। ਹੁਣ ਕੌਣ ਦੱਸੇ ਵੀ ਕੀ ਮਾਰਿਆ? ਇਹ ਥੋੜ੍ਹਾ ਨਾ ਉਸਨੇ ਦੱਸੀਆਂ ਸੀ ਕਿ 30 ਮੱਖੀਆਂ ਮਾਰੀਆਂ ਨੇ, ਉਸਨੇ ਤੇ ਹੀ ਦੱਸਿਆ ਵੀ ਮੈਂ 30 ਮਾਰਿਆ, 30 ਮਾਰਿਆ। ਜੰਗ ਦੇ ਮੈਦਾਨ ਵਿੱਚ ਉਸ 30 ਮਾਰ ਖਾਂ ਦੀ ਲੋੜ ਪਈ। ਰਾਜੇ ਨੇ ਸੁਣਿਆ ਸੀ ਵੀ ਜਿਸ ਇਕੱਲੇ ਬੰਦੇ ਨੇ 30 ਬੰਦਿਆਂ ਨੂੰ ਮਾਰ ਦਿੱਤਾ ਹੋਵੇ, ਉਹ ਬੜਾ ਬਹਾਦਰ ਹੋਵੇਗਾ। ਐਸੇ 30 ਮਾਰ ਖਾਂ ਨੂੰ ਲੱਭ ਕੇ ਲਿਆਓ। ਉਸ 30 ਮਾਰ ਖਾਂ ਨੂੰ ਜਿਸ ਵੇਲੇ ਲੱਭਣ ਗਏ, ਉਸ ਨੂੰ ਦੱਸਿਆ ਵੀ ਰਾਜਾ ਤੇਰੇ ਤੇ ਬੜਾ ਖੁਸ਼ ਹੈ, ਤੈਨੂੰ ਇਨਾਮ ਦੇਣਾ ਚਾਹੁੰਦਾ ਹੈ। ਉਸਨੇ ਸੋਚਿਆ ਚਲੋ ਕਿਸੇ ਬਹਾਨੇ ਤਾਂ ਇਨਾਮ ਮਿਲੇਗਾ, ਪਰ ਇਨਾਮ ਤਾਂ ਇਹ ਸੀ ਕਿ ਉਸ ਨੂੰ ਆਪਣੀ ਫੌਜ ਦਾ ਉਸਨੇ ਫੌਜਦਾਰ ਬਣਾ ਦਿੱਤਾ। ਇੱਕ ਟੁਕੜੀ ਉਸ ਦੇ ਹਵਾਲੇ ਕਰ ਦਿੱਤੀ ਕਿ ਆਹ ਲੈ ਜਾ ਟੁਕੜੀ, ਆ ਤੇਰੀ ਹੈ। ਮੇਰੇ ਰਾਜ 'ਤੇ ਕਿਸੇ ਨੇ ਹਮਲਾ ਕਰ ਦਿੱਤਾ ਹੈ, ਮੈਂ ਸੁਣਿਆ ਤੂੰ ਬੜਾ ਬਹਾਦਰ ਹੈ, ਜਾ ਜੰਗ ਦੇ ਮੈਦਾਨ ਵਿੱਚ ਆਪਣੇ ਜੌਹਰ ਦਿਖਾ, ਉੱਥੇ ਵੀ ਤੂੰ ਇਸੇ ਤਰ੍ਹਾਂ ਲੋਕਾਂ ਨੂੰ ਮਾਰ ਮੁਕਾ। ਹੁਣ ਪਤਾ ਤੇ ਉੱਥੇ ਆ ਕੇ ਲੱਗਿਆ, ਅੱਜ ਤੱਕ ਤੇ ਮੱਖੀਆਂ ਹੀ ਮਾਰੀਆਂ ਸੀ, ਬੰਦਿਆਂ ਨੂੰ ਮਾਰਨਾ ਤੇ ਬੜਾ ਔਖਾ ਹੈ। ਉਹ ਵੀ ਜੋ ਲੋਕ ਬਹੁਤ ਸਾਰੀਆਂ ਗੱਪਾਂ ਮਾਰਿਆ ਕਰਦੇ ਸਨ ਆਪਣੀਆਂ, ਬਸੇ ਖਾਨ ਗਰਦੰਦ ਵੇਰੂ ਗੁਜ਼ਾਫ, ਗੁਜ਼ਾਫ ਤੋਂ ਭਾਵ ਹੈ ਗੱਪਾਂ ਮਾਰਨ ਵਾਲੇ, ਗਾਲੜੀ ਜਿਹੜੇ ਹੋਇਆ ਕਰਦੇ ਨੇ, ਅਸੀਂ ਇਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ ਲੋੜ ਪੈਣ ਤੇ। ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਉਹਨਾਂ ਨੂੰ ਲੋਕ ਆਖਿਆ ਕਰਦੇ ਸਨ ਕਿ ਮਹਾਰਾਜ ਤੁਸੀਂ ਦੱਸੋ ਤੇ ਸਹੀ, ਫੱਟੇ ਚੱਕ ਦਿਆਂਗੇ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਜਦੋਂ ਲੋੜ ਪਏ ਦੱਸਣਾ ਵੀ ਫੱਟੇ ਚੱਕ ਦਿਆਂਗੇ। ਬਾਬਾ ਜਰਨੈਲ ਸਿੰਘ ਜੀ ਪੁੱਛਦੇ ਵੀ ਪਹਿਲਾਂ ਦੱਸੋ ਉਹ ਫੱਟੇ ਚਿਰਾ ਕੇ ਰੱਖੇ ਕਿੱਥੇ ਨੇ ਜਿਹੜੇ ਚੱਕਣੇ ਨੇ, ਸਾਨੂੰ ਵੀ ਤਾਂ ਪਤਾ ਲੱਗੇ ਨਾ ਕਿਹੜੇ ਫੱਟੇ ਚੱਕਣ ਦੀ ਗੱਲ ਕਰਦੇ ਤੁਸੀਂ, ਵੀ ਚੱਕੇ ਤਾਂ ਤੁਸੀਂ ਹੈ ਨਹੀਂ। ਜੇ ਚੱਕਣੇ ਹੁੰਦੇ ਤੇ ਫਿਰ ਸਾਡੇ ਇਸ਼ਾਰੇ ਦੀ ਕਿਉਂ ਲੋੜ ਪਈ, ਪਹਿਲਾਂ ਕਿਉਂ ਨਹੀਂ ਚੱਕੇ ਗਏ ਫੱਟੇ?
ਹੁਣ ਤੁਸੀਂ ਫੱਟੇ ਚੱਕਣ ਲਈ ਵੀ ਸਾਡੇ ਇਸ਼ਾਰੇ ਦੀ ਉਮੀਦ ਕਰਦੇ ਹੋ ਵੀ ਅਸੀਂ ਤੁਹਾਨੂੰ ਹੁਕਮ ਕਰਾਂਗੇ ਫਿਰ ਤੁਸੀਂ ਫੱਟੇ ਚੱਕੋਗੇ। ਪਹਿਲਾਂ ਕੀ ਕਰਦੇ ਰਹੇ? ਸੰਤ ਆਖਦੇ ਨੇ ਕਿ ਐਸੇ ਫੱਟੇ ਚੱਕਣ ਵਾਲੇ ਨਾ ਲੋੜ ਪੈਣ 'ਤੇ ਉਹਨਾਂ ਫੱਟਿਆਂ ਥੱਲੇ ਹੀ ਲੋਕ ਕੇ ਬੈਠ ਜਾਂਦੇ ਨੇ। ਇਹਨਾਂ ਫੱਟੇ ਚੱਕਣ ਵਾਲੇ ਦੀ ਸਾਨੂੰ ਲੋੜ ਨਹੀਂ, ਸਾਨੂੰ ਤੇ ਲੋੜ ਹੈ ਕਿ ਕੋਈ ਕੁਛ ਕਰ ਗੁਜ਼ਰਨ ਵਾਲਾ ਸਾਡੇ ਨਾਲ ਹੋਵੇ। ਐਸੇ ਗੱਲ ਜਿਹੜੀ ਹਰ ਸਮੇਂ ਹਰ ਮੌਕੇ 'ਤੇ ਹੁੰਦੇ ਰਹੇ ਨੇ। ਜਿਸ ਵੇਲੇ ਮੁਗਲਾਂ ਨੇ ਆਪਣਾ ਇੱਕ ਹਾਥੀ ਭੇਜਿਆ ਲੋਹੇ ਨਾਲ ਮੜਾ ਕੇ ਦਰਵਾਜ਼ੇ ਨੂੰ ਤੋੜਨ ਦੇ ਲਈ, ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਾਥੀਆਂ ਨੇ ਪੁੱਛਿਆ, ਮਹਾਰਾਜ ਇੱਕ ਹਾਥੀ ਆ ਰਿਹਾ ਹੈ, ਉਸ ਦਾ ਮੁਕਾਬਲਾ ਕੌਣ ਕਰੇਗਾ? ਸਭ ਕਹਿੰਦੇ ਨੇ ਉਹਨਾਂ ਨੇ ਇੱਕ ਹਾਥੀ ਭੇਜਿਆ, ਸਾਡੇ ਕੋਲ ਵੀ ਇੱਕ ਹਾਥੀ ਹੈ। ਉਸ ਹਾਥੀ ਦਾ ਨਾਮ ਸੀ ਦੁਨੀ ਚੰਦ। ਦੁਨੀ ਚੰਦ ਆਖਦੇ ਨੇ ਕਿ ਸਵਾ ਸੇਰ ਆਟੇ ਦੀ ਦੇਗ ਇਕੱਲਾ ਹੀ ਖਾ ਜਾਇਆ ਕਰਦਾ ਸੀ। ਸਵਾ ਸੇਰ ਆਟਾ। ਅੱਜ ਜਦੋਂ ਇੱਥੇ ਵੱਡੇ ਤੋਂ ਵੱਡਾ ਪ੍ਰੋਗਰਾਮ ਹੁੰਦਾ ਨਾ, ਉਸ ਵੇਲੇ ਸਵਾ ਸੇਰ ਦੀ ਦੇਗ ਬਣਦੀ ਹੈ। ਗੁਰਦੀਪ ਸਿੰਘ ਤੇ ਦਾਦਾ ਸਾਡਾ ਵੀ 1.25 ਕਿਲੋ ਦੀ ਦੇਗ ਨਾ 1000 ਬੰਦਿਆਂ ਨੂੰ ਪੂਰੀ ਪੈਂਦੀ ਹੈ। ਇਤਨਾ ਕਿਤੇ ਅੰਦਾਜ਼ਾ ਹੈ ਉਸ ਦਾ। ਹੁਣ ਜਿਹੜੀ ਦੇਗ 1000 ਬੰਦਿਆਂ ਨੂੰ ਵਰਤਣੀ ਹੈ, ਬੇਸ਼ੱਕ ਥੋੜੀ ਥੋੜੀ, ਉਹ ਦੁਨੀ ਚੰਦ ਇਕੱਲਾ ਹੀ ਖਾ ਜਾਇਆ ਕਰਦਾ ਸੀ। ਸਾਹਿਬ ਕਹਿੰਦੇ ਨੇ ਉਹਨਾਂ ਦੇ ਕੋਲ ਇੱਕ ਹਾਥੀ ਹੈ, ਸਾਡੇ ਕੋਲ ਵੀ ਹਾਥੀ ਹੈ, ਅਸੀਂ ਵੀ ਇਸ ਨੂੰ ਉਸ ਨਾਲ ਪਿੜਵਾ ਦੇਵਾਂਗੇ। ਹੁਣ ਜਦ ਦੁਨੀ ਚੰਦ ਨੇ ਸੁਣਿਆ ਕਿ ਉਸ ਹਾਥੀ ਨਾਲ ਮੇਰਾ ਮੁਕਾਬਲਾ, ਮੇਰਾ ਤੇ ਉਸ ਦਾ ਕੀ ਮੇਲ ਹੈ, ਉਸ ਦਿਨ ਪਤਾ ਲੱਗਿਆ ਵੀ ਹੈ ਇਹ ਵੀ ਗੱਲ ਜਿਹੜੀ ਗੱਲਾਂ ਮਾਰਨ ਜੋਗ ਗਈ ਹੈ। ਉਸ ਦਿਨ ਤੋਂ ਪਹਿਲਾਂ ਤਾਂ ਉਹ ਵੀ ਕਿਹਾ ਕਰਦਾ ਸੀ, ਮਹਾਰਾਜ ਸੱਚੇ ਪਾਤਸ਼ਾਹ ਦੱਸਣਾ ਤੁਸੀਂ ਫੱਟੇ ਚੱਕ ਦਿਆਂਗੇ ਲੋੜ ਪੈਣ 'ਤੇ। ਅੱਜ ਜਦ ਵਾਰੀ ਆਈ ਹੈ ਤੇ ਕੰਧ ਟੱਪ ਕੇ ਭੱਜ ਗਏ। ਐਸਾ ਇਤਿਹਾਸ ਬਣਾਉਣ ਦਾ ਮੌਕਾ ਸੀ ਉਸ ਕੋਲ। ਭਿੜਨਾ ਹੀ ਤੇ ਸੀ ਨਾ। 7 ਸਾਲ ਔਰ ਜੀਤੇ ਤਾਂ ਮਰਨਾ ਜ਼ਰੂਰ ਥਾ, ਮੌਤ ਤੇ ਇੱਕ ਨਾ ਇੱਕ ਦਿਨ ਆਣੀ ਸੀ। ਸਰ ਕੌਮ ਸੇ ਬਚਾਏ ਨਾ ਗੈਰਤ ਕੋ ਮਨਜ਼ੂਰ ਥਾ। ਵੀ ਇਹ ਤੇ ਸਾਡੀ ਗੈਰਤ ਨੇ ਕਦੇ ਕਬੂਲ ਹੀ ਨਹੀਂ ਕੀਤਾ ਕਿ ਸਰ ਨੂੰ ਬਚਾ ਲਿਆ ਜਾਵੇ। ਉਸ ਵੇਲੇ ਜਿਨ੍ਹਾਂ ਨੇ ਸਰ ਨੂੰ ਬਚਾ ਲਿਆ ਉਹਨਾਂ ਨੂੰ ਲੱਖ ਲਾਨਤਾਂ ਪਾਈਆਂ। ਜਿਨ੍ਹਾਂ ਨੇ ਉਸ ਵੇਲੇ ਸਰ ਦੇ ਦਿੱਤਾ, ਅੱਜ ਉਹਨਾਂ ਨੂੰ ਆਪਾਂ ਸਜਦੇ ਕਰਦੇ ਹਾਂ। ਉਹ ਦੁਨੀ ਚੰਦ ਆਪਣਾ ਸਰ ਬਚਾ ਕੇ ਤੇ ਭੱਜ ਗਿਆ, ਪਰ ਇਤਿਹਾਸ ਲਿਖਦਾ ਹੈ ਭੱਜਦਿਆਂ ਲੱਤ ਟੁੱਟ ਗਈ, ਘਰੇ ਪਹੁੰਚਿਆ, ਸੱਪ ਲੜਿਆ ਤੇ ਮਰ ਗਿਆ। ਮਰਨਾ ਤੇ ਜ਼ਰੂਰ ਸੀ। ਮਰਨਾ ਤੇ ਇੱਕ ਐਸੀ ਹਕੀਕਤ ਹੈ ਜਿਸ ਤੋਂ ਕੋਈ ਬਚ ਹੀ ਨਹੀਂ ਸਕਦਾ। ਮਰਨ ਲਿਖਾਏ ਮੰਡਲ ਮੈਂ ਆਏ, ਜੀਵਨ ਸੱਚ ਹਮਾਈ। ਮੌਤ ਤੇ ਅਸੀਂ ਲਿਖਾ ਕੇ ਆਏ, ਮੌਤ ਤੋਂ ਕਾਹਦਾ ਭੱਜਣਾ? ਗੁਰਸਿੱਖਾਂ ਨੇ ਮੌਤ ਕਬੂਲ ਕੀਤੀ ਹੈ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੜੇ ਆਸ। ਇੱਥੇ ਗੱਲੜੀਆਂ ਦੀ ਤੇ ਲੋੜ ਹੀ ਨਹੀਂ ਹੈ, ਗੱਲਾਂ ਵਾਲਿਆਂ ਦੀ ਤੇ ਲੋੜ ਹੀ ਨਹੀਂ ਹੈ। ਮਹਾਰਾਜ ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਸਾਹਿਬ ਕਹਿੰਦੇ ਨੇ ਕਹਿ ਕੇ ਨਾ ਦਿਖਾਓ, ਕੁਝ ਕਰਕੇ ਦਿਖਾਓ। ਉਹ ਜਿਹੜੇ ਗੱਲੜੀ ਸਨ ਨਾ ਬਹੁਤੇ, ਸਾਹਿਬ ਕਹਿੰਦੇ ਜਦੋਂ ਉਹਨਾਂ ਨੇ ਦੇਖਿਆ ਨਾ ਚਸ਼ੇ ਦੇ ਇੱਕ ਤੀਰ, ਮਨ ਵੇਦਰੰਗ ਇੱਕ ਤੀਰ ਨਾਲ ਨਾਹਰ ਖਾਂਦਾ ਭੋਗ ਪੈ ਗਿਆ। ਹਮ ਆਖਿਰ ਗੁਰੇਜ਼ੰਦ ਬਜ਼ਾਏ ਮੁਜ਼ਾਫ। ਉਹ ਜੰਗ ਦੇ ਮੈਦਾਨ ਵਿੱਚੋਂ ਭੱਜ ਗਏ। ਕੌਣ? ਬਸੇ ਖਾਨ ਗਰਦੰਦ ਵੇਰੂ ਗੁਜ਼ਾਫ। ਉਹ ਲੋਕ ਜੋ ਬਹੁਤ ਗੱਲਾਂ ਮਾਰਿਆ ਕਰਦੇ ਸਨ, ਬਾਬਾ ਜੀ ਇਹ ਕਰ ਦਿਆਂਗੇ, ਬਾਬਾ ਜੀ ਉਹ ਕਰ ਦਿਆਂਗੇ, ਦੱਸੋ ਤੇ ਸਹੀ। ਉਹਨਾਂ ਦੇ ਭਰੋਸੇ ਹੀ ਇਹ 10 ਲੱਖ ਦੀ ਫੌਜ ਲੈ ਕੇ ਆਏ ਸਨ। ਤੇ ਇੱਥੋਂ ਪਤਾ ਵੀ ਤਾਂ ਲੱਗਦਾ ਹੈ ਨਾ ਵੀ 10 ਲੱਖ ਦੀ ਫੌਜ ਵਿੱਚ ਇਤਨਾ ਕਜ਼ੇਰਾ ਹੈ ਹੀ ਨਹੀਂ ਸੀ ਕਿ ਅੰਦਰ ਜਾ ਸਕੀਏ। ਨਹੀਂ ਤੇ 10 ਲੱਖ ਦੀ ਫੌਜ ਹੋਵੇ ਤੇ ਅੰਦਰ ਜਾਣ ਵੇਲੇ 3 ਦਿਨ ਸੋਚਣਾ ਪਵੇ। ਖੈਰ ਇੱਕ ਵਾਕਿਆ ਯਾਦ ਆਇਆ, 1984 ਦਾ ਉਹ ਸਮਾਂ, ਆਪਰੇਸ਼ਨ ਬਲੂ ਸਟਾਰ, 3, 4, 5 ਜੂਨ 3 ਦਿਨ ਲੱਗੇ ਉੱਥੇ। ਤੇ ਉੱਥੋਂ ਵੀ ਬ੍ਰਿਗੇਡੀਅਰ ਨੇ ਆਖਿਆ ਸੀ ਕਿ 2 ਘੰਟੇ ਦਾ ਕੰਮ ਹੈ, 2 ਘੰਟੇ ਲੱਗਣੇ ਨੇ ਵੱਧ ਤੋਂ ਵੱਧ। ਤੁਸੀਂ ਆ ਜਾਣਾ ਵੇਲੇ ਹੋ ਕੇ 2 ਘੰਟੇ ਨੂੰ, ਮੈਂ ਇਹਨਾਂ ਨੂੰ ਸਭ ਨੂੰ ਫੜ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿਆਂਗਾ। ਇਹ ਲੋਕ ਨੇ ਗਰਦੰਦ ਬੇਰੂ ਗੁਜ਼ਾਫ, ਜਿਹੜੇ ਗੱਲਾਂ ਵਾਲੇ ਹੈਨ ਕਲੇ ਨੇ, ਬਹੁਤ ਗੱਲਾਂ ਮਾਰਦੇ ਨੇ ਇਹ ਲੋਕ। ਉਸ ਬ੍ਰਿਗੇਡੀਅਰ ਨੇ ਵੀ ਆਖਿਆ ਸੀ ਹੈ ਤੇ 340 ਬੰਦੇ ਤੇ ਹੈਗੇ ਨੇ, ਇੱਕ ਸੰਤੀ ਨੇ ਨਾ, ਫਕੀਰ ਹੀ ਨੇ, ਹੁਣੇ ਫੜ ਕੇ ਦੇ ਦੇਣਾ ਤੁਹਾਨੂੰ ਮੈਂ, ਤੁਸੀਂ ਬਸ ਬਾਹਰ ਇੰਤਜ਼ਾਰ ਕਰੋ ਮੇਰਾ। 3 ਦਿਨ ਲੱਗ ਗਏ ਸੀ ਉਸਨੂੰ, 48 ਘੰਟੇ ਤੋਂ ਜ਼ਿਆਦਾ ਸਮਾਂ ਲੱਗਿਆ। ਹੁਣ 2 ਘੰਟੇ ਹੋ ਬੀਤੇ, 4 ਘੰਟੇ ਬੀਤੇ, 8 ਘੰਟੇ ਬੀਤੇ। ਫਿਰ ਜਦੋਂ ਸੈਂਟਰ ਗੌਰਮੈਂਟ 'ਚੋਂ ਫੋਨ ਆਉਂਦਾ ਫੜਿਆ ਕਿ ਨਹੀਂ ਫੜਿਆ, ਉਦੋਂ ਪਤਾ ਲੱਗਦਾ ਇਹਨਾਂ ਨੂੰ ਫੜਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਕਿਉਂਕਿ ਸਾਨੂੰ ਜੰਗ ਦਾ ਇੱਕ ਬਹੁਤ ਪੁਰਾਣਾ ਤਜਰਬਾ ਹੈ। ਜੰਗ ਕਿਵੇਂ ਲੜਨੀ ਹੈ, ਕਿਸ ਤਰ੍ਹਾਂ ਲੜਨੀ ਹੈ, ਇਹੀ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਿਖਾ ਕੇ ਗਏ ਨੇ। ਜੰਗ ਦਾ ਇਤਨਾ ਜ਼ਿਆਦਾ ਤਜਰਬਾ ਦੁਨੀਆ ਦੀ ਕਿਸੇ ਹੋਰ ਕੌਮ ਵਿੱਚ ਨਹੀਂ ਹੈ, ਪਰ ਅਫਸੋਸ ਕਿ ਅਸੀਂ ਲੜਨਾ ਭੁੱਲਦੇ ਜਾ ਰਹੇ ਹਾਂ।
ਅਸੀਂ ਤੇ ਹਥਿਆਰਾਂ ਨੂੰ ਹੱਥ ਲਗਾਉਂਦਿਆਂ ਵੀ ਡਰਦੇ ਨੇ। ਬੱਚਿਆਂ ਨੂੰ ਤਾਂ ਅਸੀਂ ਚਾਕੂ नहीं पकड़न दे, ना बच्चे कट जाएगा इससे, तो ये नहीं है, ये डर्टी थिंग्स इनके पास नहीं जाना, लग जाएगा। इतना डरना सिखाओगे, लोड़ पैण ते किवें लड़िया जाएगा। पिंडरा वाले संतां ने एक बारी गल आखी सी कि कुछ होवे ते होवे, हथियार चलाने ना भुलना। पता नहीं सुन के तुहानूं किवें दा लगेगा, पर जो कुछ 84 विच होया उस चीज़ का नतीजा सी कि असीं हथियारां नूं पासे रख के भुल गए सन। जिथे जिथे भी हथियारबंद सिंह इकट्ठे हो गए सी ना 84 वेले, उत्थे कतलेआम नहीं होया। जिन्हां ने हथियार छिक्के ते टंग दिते सी ना, भी असीं तां नेरे पुरे संती हां, असीं की लैणा है जा इन्हां चीज़ां तो, हथियारां तो, उत्थे ही कतलेआम होया सी ਲੱਭ ਲੱਭ ਕੇ। जदकि संत कहते रहे 6 साल तक हथियारबंद होवो, हथियारबंद होवो, हथियार होने चाहिए ने। हथियार रखण का यह मतलब नहीं है कि तुसी किसी ते हमला करना है। हथियार रखण का मतलब है तुसी हमले तो बचन लई तैयार रहना है। जिन्हां जिन्हां ने उस वेले गल मन लई सी ना, वो लोग तो बच गए सन, ते जो लोग हथियार चलाना भुल गए सन, लड़ना भुल गए सन, उन्हां दी लाशां मिलियां तक नहीं। ऐसा क्यों हो गया कि 1.25 लाख नाल लड़न वाली फौज का सिपाही है खालसा, इस दी लाशां दिल्ली के कोने कोने में बखेर दित्तियां गईयां? क्योंकि उन्होंने किरपाना छिक्के दे टंग दित्तियां सी। लड़ना तो भुल ही गए सन। सानू की लोड़ है लड़न की? असीं थोड़े ना चीज़ां सीखणियां ने, पता नहीं किस वेले लोड़ पै जाए। सो लड़न लई तैयार रहना है। तां करके ते हथियार इतने ज़रूरी ने। एक गल नूं जमान लेना, तुसी खाली हथ जा रहे हो, तुहाडा हथियार जेकर नज़र नहीं आ रहा, तुहाडे उत्ते कोई भी हमला कर देगा। पर जेकर तुहाडे कोल हथियार ने ना, तो जिहड़े लुटेरे ने ना दूर हो जाते हैं, क्योंकि वो भी तो मरन तो डरते हैं। तुहाडे कोल हथियार है, बाहरों किसी नूं नज़र आ रहा, तुहानूं कोई नहीं रोकेगा। जेकर पता लग रहा भी खाली हथ है, जिहड़ा मर्जी रोक लेगा। लुटेरिਆਂ ਨੂੰ ਤੇ एक गल होर दसां, वो जो दंगे होंदे ने ना, उन्हां विच कोई बड़े बहादुर लोग नहीं होया करदे। दंगियां विच वो डरपोक, वो कायर होया करदे ने, जिहड़े कि किसी से सामने कुछ नहीं कर सकते। ऐसे लोग मौका लभदे ने कि कोई मौका लभ जाए, दंगियां दी आड़ विच अपने दुश्मनों नूं निपटा दिता जाए। नाल दी दुकान ज़्यादा तलदी है, कोई दंगा होवे ते इस नूं पहलां बर्बाद कर दईए। कोई दंगा होवे ते अपने 2-4 रिश्तेदार निपटा दिए जिहड़े जायदाद विच हिस्सा मंगते हैं। ये जो कोरोना है, इस तो पहला मेरे ख्याल कोई 1911-12 विच प्लेग हिंदुस्तान विच आया सी। इतनी बुरी बीमारी सी। प्लेग नाल ते कुछ लोग मरे ते मरे। मैं उन्हां लोकां दीयां दास्तानां किताबां विच पढ़ीआं ने, जिन्हां दे मापे गुजर गए, बच्चे कल्ले रह गए, उन्हां दे चाचे ताया ने उन्हां नूं भी निपटाण दी सोची। वो किसी बहाने बच गए कि प्लेग ही तो चल रहा, चलो इन्हों भी निपटा दिंने, जायदाद तो साढ़े कोल रहेगी। दुश्मनी निकलती है इन्हां दंगियां विच। बहुत सारे लोग तो इंतज़ार करते हैं कि दंगे होवन ते अपनी जाती दुश्मनी नूं निपटाया जाए। किसी दे अंदर इतना हिम्मत है, किसी दे अंदर इतनी जरूरत है, किस कोल इतना समा है? लोग तो डर के अंदर बैठ जाते हैं। पर जिहड़े बाहर निकल के दंगा करते हैं, उन्हां विचों कुछ लोग तो वो ने जो लुट्टण की सोचते हैं, कुछ लोग वो ने जिहड़ी अपनी दुश्मनी नूं कढना चाहते हैं। बहुत घट लोग ने, कुछ लोग भड़का के अपना उल्लू सीधा करना चाहते हैं। नहीं तो दंगियां विच कोई खास लोग नहीं जाया करते। ऐसे लोग लोड़ पैण ते काम नहीं आया करते। वो बड़े डरे हुए लोग ने। उन्हां लई हथियार जेकर तुहाडे कोल है, फिर तुहानूं कुछ नहीं कहणगे। साहब इस करके आखते हैं कि हथियार होना भी ज़रूरी है, हथियार चलाना आना भी ज़रूरी है। नहीं तो लोड़ पैण ते की होवेगा? हम आखिर गुरेजंद बजाए मुसाफ, जंग के मैदान विचों भज जाओगे। बसे खान गर्दन दबेरू गुजाफ। वो लोग जो बहुत गल्लां मारिया करते सन, असीं ये कर देंगे, वो कर देंगे, एक नूं मरदियां देखिया नहीं तो सारे भज गए। गुरदेव आखते ने उस विचों फिर कुछ लोग सामने आए। जंग के मैदान विचों चलो कुछ भज गए सन, दूसरी टुकड़ी के लोग सामने आए कि अफगान दीगर बेआमद बजंग। कुछ अफगानी फौज के दीगर दूसरे लोग बेआमद बजंग जंग के मैदान विच सामने आए। चो शैले रवां हम चु तीरो तुफंग। चो शैले, शैल पहाड़, पहाड़ के साए विचों हम चू तीरो तुफंग। वो पहाड़ के साए थल्लों दी तीर चलाते हुए, तुफंग भाव बंदूकां चलाते हुए पहाड़ के साए दे थल्ले थल्ले हुंदियां होया साडे वल ओ वधे।
ਗੁਰਦੇਵ ਕਹਿੰਦੇ ਨੇ ਅੱਗੇ, ਬਸੇ ਹਮਲਾ ਕਰ ਦੰਦ ਬਮਰਦਾਨਗੀ। ਬਸੇ ਤੋਂ ਭਾਵ ਹੈ ਬਹੁਤ ਸਾਰੇ ਹਮਲੇ, ਕਰਦੰਦ ਬਹੁਤ ਸਾਰੇ ਹਮਲੇ ਕੀਤੇ, ਬਮਰਦਾਨਗੀ ਬੜੀ ਦਲੇਰੀ ਹੈ। ਕਿਉਂਕਿ ਫੌਜ ਵਿੱਚ ਕਾਇਰ ਨਹੀਂ ਹੋਇਆ ਕਰਦੇ ਸਾਰੇ ਦੇ ਸਾਰੇ, ਕੁਝ ਹਿੰਮਤ ਵਾਲੇ ਵੀ ਹੋਇਆ ਕਰਦੇ ਨੇ। ਇੱਕ ਟੁਕੜੀ ਦਾ ਜਰਨੈਲ ਮਰਿਆ ਹੈ, ਉਹ ਟੁਕੜੀ ਦੇ ਲੋਕ ਭੱਜ ਗਏ ਨੇ। ਹੁਣ 10 ਲੱਖ ਦੀ ਫੌਜ ਹੈ, ਬਹੁਤ ਸਾਰੇ ਜਰਨੈਲ ਨੇ, ਬਹੁਤ ਸਾਰੀਆਂ ਟੁਕੜੀਆਂ ਨੇ। ਅਗਲੀ ਟੁਕੜੀ ਨੇ ਹਮਲਾ ਕੀਤਾ ਹੈ, ਸਭ ਕਹਿੰਦੇ ਨੇ ਬਹੁਤ ਸਾਰੇ ਹਮਲੇ ਕੀਤੇ, ਬਮਰਦਾਨਗੀ। ਕੁਝ ਮਰਦਾਂ ਵਾਂਗੂ ਲੜੇ, ਕੁਝ ਸ਼ੂਰਵੀਰਾਂ ਵਾਂਗੂ, ਯੋਧਿਆਂ ਵਾਂਗੂ ਲੜੇ, ਪਰ ਉਹਨਾਂ ਵਿੱਚੋਂ ਵੀ ਕੁਝ ਐਸੇ ਸਨ, ਹਮ ਅਜ਼ ਹੋਸ਼ਗੀ ਹਮ ਅਜ਼ ਦੀਵਾਨਗੀ। ਹਮ ਤੋਂ ਭਾਵ ਹੈ ਭੀ, ਅਜ਼ ਤੋਂ ਭਾਵ ਹੈ ਕੀਤੇ, ਹਮ ਅਜ਼ ਹੋਸ਼ਗੀ। ਕੁਝ ਹਮਲੇ ਉਸਨੇ ਹੋਸ਼ ਨਾਲ ਕੀਤੇ, ਪੂਰੇ ਧਿਆਨ ਨਾਲ। ਤੀਰ ਚਲਾਉਣ ਦੇ ਲਈ ਹੋਸ਼ ਦੀ ਲੋੜ ਹੈ, ਤਲਵਾਰ ਚਲਾਉਣ ਦੇ ਲਈ ਹੋਸ਼ ਦੀ ਲੋੜ ਹੈ। ਜਦ ਹੋਸ਼ ਖੋ ਜਾਂਦਾ ਹੈ ਤੇ ਹੋਸ਼ ਦੇ ਨਾਲ ਨਾਲ ਤੁਸੀਂ ਆਪਣੀ ਜਾਨ ਵੀ ਗਵਾ ਬੈਠਦੇ ਹੋ। ਜੰਗ ਦੇ ਵਿੱਚ ਜਿਨ੍ਹਾਂ ਨੇ ਕਦੇ ਥੋੜੀ ਵੀ ਲੜਾਈ ਕੀਤੀ ਉਹਨਾਂ ਨੂੰ ਪਤਾ ਹੋਵੇਗਾ, ਜਿੱਥੇ ਤੁਹਾਡਾ ਧਿਆਨ ਭਟਕ ਗਿਆ ਉੱਥੇ ਹੀ ਵੈਰੀ ਹਾਵੀ ਹੋ ਜਾਂਦਾ ਹੈ। ਜਰਾ ਕਿ ਤੁਹਾਡਾ ਧਿਆਨ ਭਟਕ ਗਿਆ ਨਹੀਂ, ਤੇ ਜੇਕਰ ਹਥਿਆਰਾਂ ਦੀ ਜੰਗ ਚੱਲ ਰਹੀ ਹੈ ਤੇ ਤੁਹਾਨੂੰ ਅਗਲਾ ਸਾਹ ਲੈਣ ਦਾ ਮੌਕਾ ਨਹੀਂ ਮਿਲਦਾ। ਸਭ ਕਹਿੰਦੇ ਨੇ ਹਮ ਅਜ਼ ਹੋਸ਼ਗੀ। ਕੁਝ ਹਮਲੇ ਉਹਨਾਂ ਨੇ ਕੀਤੇ ਹੋਸ਼ ਨਾਲ, ਬੜੇ ਧਿਆਨ ਨਾਲ। ਕੁਝ ਹਮਲੇ ਕੀਤੇ ਹਮ ਅਜ਼ ਦੀਵਾਨਗੀ। ਦੀਵਾਨਗੀ ਪਾਗਲ ਵਾਂਗੂ, ਪਾਗਲਾਂ ਵਾਂਗੂ ਬਹੁਤ ਸਾਰੇ ਹਮਲੇ ਕੀਤੇ। ਉਸਨੇ ਆ ਕੇ ਇਹ ਨਹੀਂ ਦੇਖਿਆ ਵੀ ਮੇਰਾ ਕੀ ਬਣੇਗਾ। ਜਿਹੜੇ ਹੋਸ਼ਗੀ ਵਾਲੇ ਹਮਲੇ ਨੇ ਨਾ, ਉੱਥੇ ਆਪਣੇ ਆਪ ਨੂੰ ਵੀ ਬਚਾਉਣਾ ਹੁੰਦਾ ਹੈ ਅਤੇ ਬੈਰੀਆਂ ਨੂੰ ਵੀ ਮੁਕਾਉਣਾ ਹੁੰਦਾ ਹੈ। ਦੀਵਾਨਗੀ ਵਾਲੇ ਜੋ ਹਮਲੇ ਨੇ, ਉੱਥੇ ਬੰਦਾ ਫਿਕਰ ਨਹੀਂ ਕਰਦਾ ਕਿ ਮੇਰਾ ਕੀ ਬਣੇਗਾ। ਉਸ ਨੂੰ ਤੁਸੀਂ ਸੁਸਾਇਡ ਕਹਿ ਸਕਦੇ ਹੋ। ਹਮਜ਼ ਦੀਵਾਨਗੀ ਵਾਲੇ ਜੋ ਹਮਲੇ ਨੇ, ਜੋ ਸੁਸਾਇਡ ਬੰਬਰਸ ਨੇ, ਇਹ ਦੀਵਾਨਗੀ ਵਾਲੇ ਹਮਲੇ ਨੇ। ਬਹੋਸ਼ਗੀ ਵਾਲੇ ਜੋ ਹਮਲੇ ਨੇ, ਇੱਕ ਸਿਪਾਹੀ ਦੇ ਹਮਲੇ ਨੇ ਜਿਸ ਨੂੰ ਸਿਖਾਇਆ ਜਾਂਦਾ ਹੈ। ਉਹ ਟ੍ਰੇਨਡ ਨੇ, ਟ੍ਰੇਨਡ ਇਸ ਕਰਕੇ ਉਹਨਾਂ ਨੂੰ ਆਖਦੇ ਨੇ, ਫੌਜੀਆਂ ਨੂੰ ਕਿਉਂ ਟ੍ਰੇਨਡ ਕੀਤਾ ਜਾਂਦਾ ਹੈ? ਤਾਂ ਕਿ ਲੋੜ ਪੈਣ ਤੇ ਤੁਸੀਂ ਆਪਣੇ ਆਪ ਨੂੰ ਬਚਾਉਂਦੇ ਹੋਏ ਦੁਸ਼ਮਣ ਨੂੰ ਮਾਰਨਾ ਹੈ। ਆਪ ਮਰ ਕੇ ਨਹੀਂ ਕੋਈ ਜੰਗ ਜਿੱਤੀ ਜਾ ਸਕਦੀ। ਜੰਗ ਜਿੱਤਣ ਵਾਸਤੇ ਤੁਹਾਡਾ ਬਚ ਕੇ ਆਉਣਾ ਵੀ ਤੇ ਜ਼ਰੂਰੀ ਹੈ। ਇਹ ਹਮਲੇ ਨੇ ਹੋਸ਼ ਵਾਲੇ, ਹਮਜ਼ ਹੋਸ਼ਗੀ। ਹਮਲੇ ਹੋਸ਼ ਵਾਲੇ ਹੋਣੇ ਚਾਹੀਦੇ ਨੇ ਤਾਂ ਕਿ ਜੰਗ ਜਿੱਤਣ ਤੋਂ ਬਾਅਦ ਤੁਸੀਂ ਉਸ ਦਾ ਜਸ਼ਨ ਮਨਾਉਣ ਲਈ ਮੌਜੂਦ ਰਹੋ। ਹਮਜ਼ ਦੀਵਾਨਗੀ, ਪਾਗਲਪਾਨੇ ਵਾਲੇ ਹਮਲੇ ਉਹ ਨੇ ਜਿੱਥੇ ਕੋਈ ਪਰਵਾਹ ਨਹੀਂ ਕਰਦਾ ਕਿ ਮੇਰਾ ਬਣੇਗਾ ਕੀ। ਦੀਵਾਨਗੀ ਵਾਲੇ ਹਮਲੇ ਉਹ ਲੋਕ ਕਰਦੇ ਨੇ ਜਿਨ੍ਹਾਂ ਨੂੰ ਜੰਗ ਲੜਨ ਦਾ ਤਰੀਕਾ ਨਹੀਂ ਆਉਂਦਾ। ਹੋਸ਼ਗੀ ਵਾਲੇ ਹਮਲਿਆਂ ਦੇ ਲਈ ਤੁਹਾਡਾ ਟ੍ਰੇਨਡ ਹੋਣਾ ਜ਼ਰੂਰੀ ਹੈ। ਤੁਹਾਨੂੰ ਜੰਗ ਕਦੋਂ, ਕਿਸ ਵੇਲੇ, ਕਿਸ ਤਰ੍ਹਾਂ ਕਰਨੀ ਹੈ, ਇਹ ਸਿਖਾਇਆ ਜਾਂਦਾ। ਇਹੀ ਤੇ ਹੋਸ਼ ਹੈ, ਤੇ ਇਸ ਹੋਸ਼ ਨੂੰ ਅਸੀਂ ਲੰਬੇ ਸਮੇਂ ਤੱਕ ਕਾਇਮ ਰੱਖਿਆ ਹੈ। ਇਹੀ ਵਜ੍ਹਾ ਹੈ ਕਿ ਅਸੀਂ ਅੱਜ ਤੱਕ ਜਿਉਂਦੇ ਹਾਂ। ਸਾਡੇ ਸਿਰ ਤੇ ਪਗੜੀਆਂ ਅੱਜ ਤੱਕ ਸਲਾਮਤ ਨੇ। ਜੇਕਰ ਦੀਵਾਨਗੀ ਦੇ ਨਾਲ ਲੜਿਆ ਗਿਆ ਹੁੰਦਾ ਤੇ ਅੱਜ ਸਾਡੇ ਪੱਲੇ ਕੁਝ ਵੀ ਨਹੀਂ ਹੁੰਦਾ। ਇਤਨੀ ਜ਼ਿਆਦਾ ਜੰਗਾਂ ਅਸੀਂ ਕੀਤੀਆਂ ਨੇ ਇਸ ਛੋਟੀ ਜਿਹੀ ਉਮਰ ਦੇ ਵਿੱਚ। ਸਾਨੂੰ ਜੰਗਾਂ ਦਾ ਇਤਨਾ ਜ਼ਿਆਦਾ ਤਜਰਬਾ ਹੋ ਗਿਆ ਸੀ। ਹਜ਼ਾਰਾਂ ਦੀ ਫੌਜ ਵਿੱਚੋਂ ਵੀ ਸਿੰਘ ਉਹਨਾਂ ਦਾ ਸਮਾਨ ਲੁੱਟ ਕੇ ਵੀ ਲਿਆ ਕਰਦੇ ਸਨ ਤੇ ਬਚ ਕੇ ਵੀ ਆ ਜਾਇਆ ਕਰਦੇ ਸਨ। ਉਦੋਂ ਕਿ 70-80 ਸਾਲ ਦਾ ਸਮਾਂ ਹੈ ਨਾ, 1705 ਤੋਂ ਲੈ ਕੇ 1783 ਤੱਕ, ਉਹ ਵੇਲਾ ਜੋ ਹੋਇਆ ਕਰਦਾ ਸੀ ਕਿ ਫੌਜਾਂ ਦੇ ਨਾਲ ਜੰਗ ਵੀ ਲੜਨੀ ਹੈ, ਫੌਜਾਂ ਦਾ ਹੀ ਸਮਾਨ ਵੀ ਲੈ ਕੇ ਆਣਾ ਖੋ ਕੇ, ਤੇ ਆਪਣੇ ਆਪ ਨੂੰ ਬਚਾਉਣਾ ਵੀ ਹੈ। ਕਿਉਂਕਿ ਪਿੰਡ ਤੇ ਸਰਦਾਰ ਲੁੱਟਿਆ ਨਹੀਂ ਸੀ ਕਰਦੇ, ਤਿਜੋਰੀਆਂ ਤੋੜਿਆ ਨਹੀਂ ਸੀ ਕਰਦੇ। ਜੋ ਲੁੱਟਿਆ ਕਰਦੇ ਸਨ ਤੇ ਕੇਵਲ ਸ਼ਾਹੀ ਖਜ਼ਾਨਾ। ਸਾਡਾ ਵੈਰ ਹੀ ਉਹਨਾਂ ਦੇ ਨਾਲ ਸੀ। ਉਹਨਾਂ ਦੇ ਨਾਲ ਵੈਰ ਕਮਾ ਕੇ ਹੁਣ ਆਪਣੇ ਆਪ ਨੂੰ ਬਚਾਉਣਾ ਵੀ ਹੈ ਤੇ ਉਹਨਾਂ ਦੇ ਨਾਲ ਲੜਨਾ ਵੀ ਹੈ। ਇਸ ਨੂੰ ਕਹਿੰਦੇ ਨੇ ਹੋਸ਼ ਵਾਲੀ ਜੰਗ। ਸਾਹਿਬ ਕਹਿੰਦੇ ਨੇ ਉਹਨਾਂ ਨੇ ਵੀ ਜੰਗ ਵਾਲੇ ਹਮਲੇ ਕੀਤੇ। ਹਮਜ਼ ਹੋਸ਼ਗੀ, ਹਮਜ਼ ਦੀਵਾਨਗੀ। ਕੁਝ ਜੋਸ਼ ਨਾਲ, ਕੁਝ ਹੋਸ਼ ਨਾਲ, ਕੁਝ ਪਾਗਲਪਨੇ ਨਾਲ ਉਹਨਾਂ ਨੇ ਹਮਲੇ ਕੀਤੇ। ਪਰ ਨਤੀਜਾ ਕੀ ਹੋਇਆ? ਕੀ ਨਤੀਜਾ ਹੋਇਆ ਉਹਨਾਂ ਦੇ ਹਮਲਿਆਂ ਦਾ? ਸਭ ਕਹਿੰਦੇ ਨੇ ਬਸੇ ਹਮਲਾ ਕਰ ਦੰਦ, ਬਸੇ ਜ਼ਖਮ ਖੁਰਦ। ਬਸੇ ਬਹੁਤ ਸਾਰੇ ਹਮਲੇ ਕੀਤੇ, ਕਰਦੰਦ, ਬਸੇ ਜ਼ਖਮ ਖੁਰਦ। ਬਹੁਤ ਸਾਰੇ ਉਹਨਾਂ ਨੇ ਜ਼ਖਮ ਖਾਦੇ। ਇਤਨੇ ਉਹਨਾਂ ਨੇ ਹਮਲੇ ਕੀਤੇ, ਉਤਨੇ ਹੀ ਉਹਨਾਂ ਨੇ ਜ਼ਖਮ ਖਾਦੇ। ਪਰ ਐਸਾ ਤੇ ਨਹੀਂ ਹੈ ਨਾ ਕਿ ਹਰ ਵਾਰੀ ਜਿੱਤ ਤੁਹਾਡੀ ਹੋਵੇਗੀ। ਜੰਗ ਦੇ ਮੈਦਾਨ ਵਿੱਚ ਹਮੇਸ਼ਾ ਤੁਸੀਂ ਜਿੱਤ ਕੇ ਵਾਪਸ ਨਹੀਂ ਆ ਸਕਦੇ। ਜੰਗ ਦੇ ਮੈਦਾਨ ਵਿੱਚ ਤੁਸੀਂ ਬਿਨਾਂ ਫੱਟ ਖਾਦੇ ਤੋਂ ਵਾਪਸ ਨਹੀਂ ਆ ਸਕਦੇ। ਜੋ ਇਹ ਸੋਚਦਾ ਕਿ ਮੈਨੂੰ ਕੋਈ ਜ਼ਖਮ ਨਾ ਲੱਗੇ, ਕਿਤੇ ਮੈਨੂੰ ਕੁਝ ਹੋ ਨਾ ਜਾਵੇ, ਉਹ ਬੰਦਾ ਜੰਗ ਲੜ ਹੀ ਨਹੀਂ ਸਕਦਾ। ਜੰਗ ਦੇ ਮੈਦਾਨ ਵਿੱਚ ਤੁਹਾਨੂੰ ਤਿਆਰ ਰਹਿਣਾ ਪੈਂਦਾ ਹੈ, ਜ਼ਖਮ ਦੇਣ ਲਈ ਵੀ, ਜ਼ਖਮ ਖਾਣ ਲਈ ਵੀ। ਗੁਰਦੇਵ ਕਹਿੰਦੇ ਨੇ ਬਸੇ ਹਮਲਾ ਕਰ ਦੰਦ। ਬਹੁਤ ਸਾਰੇ ਉਹਨਾਂ ਨੇ ਹਮਲੇ ਕੀਤੇ। ਬਸੇ ਜ਼ਖਮ ਖੁਰਦ,
पर ऐसा तो नहीं है ना कि जख्म सिर्फ दुश्मनों को लगणगे, सानू भी तो लगते ने ना। लड़न वाले नूं फट दोनों तरफों लगते हैं। गुरुदेव कहते हैं सानू भी फट लगे, सानू भी जख्म लगे। किहड़े जख्म लगे? दो कसरा राह बजा कुष्ट, दो कसरा, दो जने शहीद होए। बजा उन्होंने दोआं ने अपनी जान दे दी। किहड़े दो? बाबा अजीत सिंह जी महाराज, बाबा जुझार सिंह जी महाराज। ये तो जंग का उसूल है ना, जेकर तुसी जख्म देने चाहते हो तो तुहानूं जख्म खाने भी पैणगे। जफरनामे विच किते भी तुसी देखो बाबा अजीत सिंह जी, बाबा जुझार सिंह जी महाराज नूं कोई खास तवज्जो नहीं दी गई कि उन्हां दा नाम बड़े सत्कार नाल लिया जाएगा, बड़े प्यार नाल लिया जाएगा। नहीं, जिवें बाकी सारे ने उवें ही लाल जी ने। इत्थे भी सिर्फ इतना ही तो बयान कर रहे ने, दो कसरां बज़ां, दोवां लोकां ने अपनी जान दे दी साडे वल्लों। उन्होंने जितने हमले किए बसे हमले कर दंद, बसे जख्म खुर्द, बहुत सारे हमले किए, बहुत सारे उन्होंने जख्म खाधे, तो अखीर नूं की कीता? दो कसरां बज़ां कुश्त हम जा सपुरद। उन्होंने दो साहिबजादियां की जान ले ली तो अपनी जान सानू सौंप दी। भाव दुश्मन हमला करन आया तो सही, दो साहिबजादियां की जान लै गया, आप भी उत्थे कुर्बान हो गया। ये गुरु गोबिंद सिंह महाराज का अंदाज़े बयां है। अपने ही पुत्रां की शहादत नूं इस तरह लिख रहे हैं जिवें बिल्कुल आम जी शहीदी होवे। अपने ही दो सिपाही शहीद हो गए, इस तो ज़्यादा कुछ नहीं है। नहीं तो बहुत सारे दुनिया के लोगों ने जद भी अपने इतिहास नूं लिखवाया है, अपने पिता नूं, अपने पुत्रां नूं, अपने दोतियां नूं, नातियां नूं, सबनां नूं वड्डा वड्डा सबना अखरां विच नाम लिखवाया है, पर गुरु गोबिंद सिंह महाराज नहीं। सब कहते ने मेरे लिए तो सब इक्को जिहे ने, इक्को जिहे लाल ने मेरे, वो भी ते ये भी। इस करके साहिब इत्थे केवल एक नाम दिंदे ने, दो कसरां बज़ां कुश्त हम जा